ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਪੋਲਿਟੀ ਦਾ ਪਾਰਟ 10 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ ਲੋਕ ਸਭਾ ਬਾਰੇ ਡਿਸਕਸ ਕਰਾਂਗੇ। ਲੋਕ ਸਭਾ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਫੈਕਟ ਨੇ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ, ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਵੀਡੀਓ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ 9 ਪਾਰਟ ਹੈ ਜਿਹੜੇ ਉਹ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਟੌਪਿਕ ਵਾਈਜ਼ ਕਵਰ ਕੀਤਾ ਹੈ, ਜਿਨ੍ਹਾਂ ਦੇ ਵਿੱਚ ਆਪਾਂ ਸਿਟੀਜ਼ਨਸ਼ਿਪ ਤੋਂ ਲੈ ਕੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਠੀਕ ਹੈ ਜੀ, ਸਾਰੇ ਟੌਪਿਕਸ ਜਿੰਨੇ ਵੀ ਤੁਹਾਡੇ ਪੇਪਰਾਂ ਦੇ ਨਾਲ ਰਿਲੇਟਡ ਨੇ ਉਹਨਾਂ ਬਾਰੇ ਬਹੁਤ ਡਿਟੇਲ ਵਾਈਜ਼ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਪੰਜਾਬ ਜੀਕੇ, ਮਾਡਰਨ ਹਿਸਟਰੀ ਅਤੇ ਪੋਲਿਟੀ, ਤੁਸੀਂ ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਲੋਕ ਸਭਾ, ਬਹੁਤ ਇੰਪੋਰਟੈਂਟ ਟੌਪਿਕ ਹੈ। ਇਹਦੇ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਦੇ ਨੇ ਪੇਪਰਾਂ ਦੇ ਵਿੱਚ ਅਕਸਰ ਹੀ। ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਪਹਿਲੀ ਸਲਾਈਡ ਤੋਂ। ਪਹਿਲੀ ਸਲਾਈਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਪਾਂ ਕਿਸੇ ਵੀ ਟੌਪਿਕ ਦਾ ਓਵਰਵਿਊ ਲੈਂਦੇ ਹਾਂ ਤਾਂ ਪਹਿਲੀ ਸਲਾਈਡ ਦੇਖ ਕੇ ਵੀਡੀਓ ਨੂੰ ਸਕਿਪ ਨਾ ਕਰਿਓ, ਕਿਉਂਕਿ ਜਿਹੜੇ ਆਪਣੇ MCQ ਨੇ ਉਹ ਤੁਸੀਂ ਜ਼ਰੂਰ ਕਵਰ ਕਰਿਓ। ਉਹ ਇਹਦੇ ਨਾਲੋਂ ਥੋੜ੍ਹੇ ਜਿਹੇ ਵੱਖਰੇ ਹੁੰਦੇ ਨੇ, ਉਹਦੇ ਵਿੱਚ ਆਪਾਂ ਥੋੜ੍ਹਾ ਡਿਟੇਲ ਦੇ ਵਿੱਚ ਪੜ੍ਹਦੇ ਹਾਂ, ਠੀਕ ਹੈ ਜੀ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਫੈਕਟ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਮੈਂ ਪੁਆਇੰਟ ਰੱਖਿਆ ਉਹ ਹੈ ਪਾਰਲੀਮੈਂਟ, ਕਿਉਂਕਿ ਜਿਹੜੀ ਆਪਣੀ ਪਾਰਲੀਮੈਂਟ ਬਣਦੀ ਹੈ ਉਹ ਤਿੰਨ ਚੀਜ਼ਾਂ ਨੂੰ ਮਿਲਾ ਕੇ ਬਣਦੀ ਹੈ। ਸਭ ਤੋਂ ਪਹਿਲਾਂ ਰਾਜ ਸਭਾ, ਫਿਰ ਲੋਕ ਸਭਾ, ਫਿਰ ਪ੍ਰੈਜ਼ੀਡੈਂਟ, ਠੀਕ ਹੈ ਜੀ। ਤਾਂ ਪਾਰਲੀਮੈਂਟ ਦਾ ਤੁਹਾਨੂੰ ਆਰਟੀਕਲ ਪਤਾ ਹੋਣਾ ਚਾਹੀਦਾ ਹੈ, ਆਰਟੀਕਲ 79 ਹੈ, ਠੀਕ ਹੈ। ਇਹ ਸੀਰੀਜ਼ ਵਾਈਜ਼ ਆਰਟੀਕਲ ਨੇ, ਜਿਵੇਂ 79 ਹੈ ਜਿਹੜਾ ਉਹ ਪਾਰਲੀਮੈਂਟ ਦਾ, ਰਾਜ ਸਭਾ ਦਾ ਕਿੰਨਾ 80 ਹੈ ਅਤੇ ਲੋਕ ਸਭਾ ਦਾ 81 ਹੈ, 81 ਹੈ, ਠੀਕ ਹੈ ਜੀ। ਅਤੇ ਪ੍ਰੈਜ਼ੀਡੈਂਟ ਦਾ ਆਰਟੀਕਲ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ 52 ਹੈ, 52, ਠੀਕ ਹੈ ਜੀ। ਤਾਂ ਰਾਜ ਸਭਾ, ਲੋਕ ਸਭਾ ਪਲੱਸ ਪ੍ਰੈਜ਼ੀਡੈਂਟ, ਇਹ ਤਿੰਨ ਚੀਜ਼ਾਂ ਨੂੰ, ਤਿੰਨੋਂ ਜਣਿਆਂ ਨੂੰ ਮਿਲਾ ਕੇ ਜਿਹੜੀ ਉਹ ਪਾਰਲੀਮੈਂਟ ਆਪਣੀ ਬਣਦੀ ਹੈ। ਕਿਉਂਕਿ ਕੋਈ ਵੀ ਜਿਹੜਾ ਆਪਣਾ ਬਿੱਲ ਹੈ ਪਹਿਲਾਂ ਉਹ ਦੋਨਾਂ ਸਦਨਾਂ ਦੇ ਵਿੱਚ ਜਾਂਦਾ, ਲੋਕ ਸਭਾ ਅਤੇ ਰਾਜ ਸਭਾ ਵਿੱਚ। ਉਹ ਸਦਨਾਂ ਦੇ ਵਿੱਚੋਂ ਪਾਸ ਹੋਣ ਤੋਂ ਮਗਰੋਂ ਉਹ ਪ੍ਰੈਜ਼ੀਡੈਂਟ ਕੋਲ ਜਾਂਦਾ ਅਤੇ ਪ੍ਰੈਜ਼ੀਡੈਂਟ ਦੇ ਸਾਈਨ ਹੋਣ ਤੋਂ ਬਾਅਦ ਉਹ ਕਾਨੂੰਨ ਬਣ ਜਾਂਦਾ, ਠੀਕ ਹੈ ਜੀ। ਤਾਂ ਇਹਨਾਂ ਤਿੰਨਾਂ ਨੂੰ ਮਿਲਾ ਕੇ ਆਪਣੀ ਪਾਰਲੀਮੈਂਟ ਬਣਦੀ ਹੈ। ਤਾਂ ਕਰਕੇ ਮੈਂ ਪਹਿਲਾ ਪੁਆਇੰਟ ਹੈ ਜਿਹੜਾ ਉਹ ਰੱਖਿਆ ਤੁਹਾਡੇ ਸਾਹਮਣੇ। ਪਾਰਲੀਮੈਂਟ ਦੀ ਇੱਕ ਸਪੈਸ਼ਲ ਵੀਡੀਓ ਆਊ, ਕਿਉਂਕਿ ਪਾਰਲੀਮੈਂਟ ਇੱਕ ਡਿਫਰੈਂਟ ਟੌਪਿਕ ਹੈ। ਪਾਰਲੀਮੈਂਟ ਦੇ ਜਿਹੜੇ ਆਪਣੇ ਸੈਸ਼ਨ ਹੁੰਦੇ ਨੇ, ਠੀਕ ਹੈ, ਪਾਰਲੀਮੈਂਟ ਦੀਆਂ ਟਰਮਜ਼ ਨੇ ਜਿਹੜੀਆਂ ਇੰਪੋਰਟੈਂਟ, ਉਹ ਆਪਾਂ ਪਾਰਲੀਮੈਂਟ ਵਾਲੇ ਟੌਪਿਕ ਦੇ ਵਿੱਚ ਹੀ ਕਵਰ ਕਰਾਂਗੇ। ਤਾਂ ਅੱਜ ਦਾ ਟੌਪਿਕ ਆਪਣਾ ਓਨਲੀ ਲੋਕ ਸਭਾ ਬਾਰੇ ਹੈ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਕੱਲਾ ਇਕੱਲਾ ਆਰਟੀਕਲ, ਕਿਉਂਕਿ ਬਹੁਤ ਇੰਪੋਰਟੈਂਟ ਬੋਡੀਜ਼ ਨੇ ਇਹ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ ਆਰਟੀਕਲ 81, ਠੀਕ ਹੈ। ਆਰਟੀਕਲ 81 ਕਿਹਦੇ ਨਾਲ ਸੰਬੰਧਿਤ ਹੈ? ਲੋਕ ਸਭਾ ਨਾਲ, ਠੀਕ ਹੈ ਜੀ। ਜੇ ਤੁਹਾਨੂੰ ਲੋਕ ਸਭਾ ਦਾ ਆਰਟੀਕਲ ਪੁੱਛ ਲੈਂਦੇ ਤਾਂ ਆਰਟੀਕਲ 81 ਤੁਸੀਂ ਸੀਰੀਜ਼ ਵਾਈਜ਼ ਯਾਦ ਕਰ ਲਿਓ। ਪਾਰਲੀਮੈਂਟ ਦਾ 79, ਰਾਜ ਸਭਾ ਦਾ 80 ਅਤੇ ਲੋਕ ਸਭਾ ਦਾ 81, ਠੀਕ ਹੈ। ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਤਾਂ ਲੋਕ ਸਭਾ ਦਾ ਆਰਟੀਕਲ ਹੈ 81। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ ਟੋਟਲ ਮੈਂਬਰ। ਇਹਦੇ ਵਿੱਚ ਪੁੱਛ ਲਏ ਜਾਂਦੇ ਨੇ ਕਿ ਇਹਨਾਂ ਦੀ ਸਟਰੈਂਥ ਕਿੰਨੀ ਹੁੰਦੀ ਹੈ, ਆਪਣੀ ਲੋਕ ਸਭਾ ਦੀ ਸਟਰੈਂਥ। ਤਾਂ 552 ਮੈਂਬਰ ਹੁੰਦੇ ਹੈਗੇ ਟੋਟਲ, ਠੀਕ ਹੈ ਜੀ। ਜਿਹਦੇ ਵਿੱਚੋਂ 530 ਮੈਂਬਰ ਸਟੇਟ ਦੇ ਵਿੱਚ ਆਉਂਦੇ ਆ, ਜਿੰਨੇ ਵੀ ਆਪਣੇ ਸਟੇਟਸ ਨੇ, ਠੀਕ ਹੈ, ਇੰਡੀਆ ਦੇ। ਅਤੇ 20 ਮੈਂਬਰ ਆਪਣੇ ਯੂਨੀਅਨ ਟੈਰੀਟਰੀਜ਼ 'ਚੋਂ ਆਉਂਦੇ ਆ, ਯੂਟੀਜ਼ ਨੇ ਜਿੰਨੀਆਂ ਆਪਣੀਆਂ, ਠੀਕ ਹੈ। ਅਤੇ 2 ਨੋਮੀਨੇਟਡ ਹੁੰਦੇ ਨੇ ਪ੍ਰੈਜ਼ੀਡੈਂਟ ਦੁਆਰਾ, ਠੀਕ ਹੈ, ਐਂਗਲੋ ਇੰਡੀਅਨ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਇਹ ਜਿਹੜੇ 2 ਨੋਮੀਨੇਟਡ ਨੇ ਪ੍ਰੈਜ਼ੀਡੈਂਟ ਦੁਆਰਾ, ਇਹ ਜਿਹੜੀ ਕੰਡੀਸ਼ਨ ਹੈ ਇਹ ਹੁਣ ਹਟਾ ਦਿੱਤੀ ਗਈ ਹੈ। ਇਹਦੇ ਮੈਂ ਜਿਹੜਾ ਪਿੱਛੇ ਮੈਂ ਇਹਦੇ ਇੱਕ ਕਾਟੀ ਲਾਈ ਹੋਈ ਹੈ, ਉਹ ਮੈਂ ਤਾਂ ਹੀ ਲਾਈ ਹੈ ਕਿ ਜਿਹੜੇ ਇਹ 2 ਨੋਮੀਨੇਟਡ ਵਾਲਾ ਪ੍ਰਾਵਧਾਨ ਹੈ ਇਹ ਆਪਣਾ ਇਹਦੇ ਵਿੱਚੋਂ ਕੱਟ ਕਰ ਦਿੱਤਾ ਗਿਆ, ਠੀਕ ਹੈ। ਤਾਂ ਟੋਟਲ ਇਹਦੀ ਸਟਰੈਂਥ ਹੈ ਜਿਹੜੀ ਉਹ 552 ਹੁੰਦੀ ਹੈ। 552 ਤੋਂ ਜ਼ਿਆਦਾ ਨਹੀਂ ਮੈਂਬਰ ਹੋ ਸਕਦੇ, ਘੱਟ ਹੋ ਸਕਦੇ ਨੇ, ਠੀਕ ਹੈ। ਤਾਂ 552 ਇਹਦੀ ਟੋਟਲ ਸਟਰੈਂਥ ਹੁੰਦੀ ਹੈ, ਤੁਹਾਨੂੰ ਪੁੱਛ ਲਈ ਜਾਂਦੀ ਹੈ। ਪ੍ਰੀਜ਼ਾਈਡਿੰਗ ਆਫੀਸਰ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਿਹੜਾ ਇਹਨੂੰ ਪ੍ਰੀਜ਼ਾਈਡ ਕਰਦਾ, ਜਿਹੜਾ ਮੇਨ ਇਹਦਾ ਮੁੱਖ ਚੇਅਰਮੈਨ, ਜਿਹਨੂੰ ਆਪਾਂ ਚੇਅਰਮੈਨ ਆਪਾਂ ਕਹਿ ਸਕਦੇ ਹਾਂ, ਕਿ ਉਹ ਕੌਣ ਹੁੰਦਾ? ਉਹ ਹੁੰਦਾ ਸਪੀਕਰ, ਠੀਕ ਹੈ ਜੀ। ਜਿਹੜਾ ਇਹਨੂੰ ਸਾਰੇ ਹਾਊਸ ਨੂੰ ਲੀਡ ਕਰਦਾ ਉਹ ਸਪੀਕਰ ਹੁੰਦਾ, ਲੋਕ ਸਭਾ ਦਾ ਸਪੀਕਰ ਹੁੰਦਾ, ਠੀਕ ਹੈ ਜੀ। ਤਾਂ ਏਜ ਕਿੰਨੀ ਹੋਣੀ ਚਾਹੀਦੀ ਹੈ ਤੁਹਾਨੂੰ ਲੋਕ ਸਭਾ ਦਾ ਮੈਂਬਰ ਬਣਨ ਦੇ ਲਈ? 25 ਸਾਲ ਤੁਹਾਡੀ ਏਜ ਮਿਨੀਮਮ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਤਾਂ ਜਿਹੜਾ ਇਹਦਾ ਟੈਨਿਓਰ ਹੁੰਦਾ ਕਿ ਕਿੰਨਾ ਟਾਈਮ ਹੁੰਦਾ? 5 ਸਾਲ ਦਾ ਹੁੰਦਾ ਇਹਦਾ ਟੈਨਿਓਰ, ਠੀਕ ਹੈ। ਇਹਨੂੰ ਵਧਾਇਆ ਘਟਾਇਆ ਵੀ ਜਾ ਸਕਦਾ, ਠੀਕ ਹੈ ਜੀ। ਤਾਂ ਉਹ ਕੰਡੀਸ਼ਨ 'ਤੇ ਡਿਪੈਂਡ ਕਰਦਾ, ਐਮਰਜੈਂਸੀ ਵੇਲੇ ਇਹਨੂੰ ਵਧਾਇਆ ਵੀ ਜਾ ਸਕਦਾ ਅਤੇ ਮਤਲਬ ਇਹਨੂੰ ਟਾਈਮ ਪੀਰੀਅਡ ਤੋਂ ਪਹਿਲਾਂ ਵੀ ਇਹਨੂੰ ਡਿਜ਼ੋਲਵ ਕੀਤਾ ਜਾ ਸਕਦਾ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਆਪਣੀ ਪਹਿਲੀ ਸਲਾਈਡ ਸੀ। ਇਸ ਤੋਂ ਬਾਅਦ ਆਪਾਂ MCQ ਆਪਣੇ ਇਹਦੇ ਕਵਰ ਕਰਦੇ ਹਾਂ, ਬਹੁਤ ਇੰਪੋਰਟੈਂਟ ਨੇ। ਲਾਸਟ ਤੱਕ ਦੇਖਿਓ, ਇੱਕ ਵੀ MCQ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਕੁਐਸਚਨ ਉਹ ਹੈ ਧਨ ਬਿੱਲ
ਪਹਿਲਾਂ ਕਿਹੜੇ ਸਦਨ ਵਿੱਚ ਪੇਸ਼ ਹੁੰਦਾ, ਠੀਕ ਹੈ। ਇਹ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ ਹੋਇਆ ਕੁਐਸਚਨ ਹੈ। ਜਿਹੜੇ ਵੀ ਕੁਐਸਚਨ ਇੰਪੋਰਟੈਂਟ ਹੁੰਦੇ ਨੇ ਉਹ ਮੈਂ ਪਹਿਲੇ ਰੱਖ ਦਿੰਦਾ, ਠੀਕ ਹੈ ਜੀ। ਵੈਸੇ ਤਾਂ ਸਾਰੇ ਇੰਪੋਰਟੈਂਟ ਹੁੰਦੇ ਨੇ, ਬਟ ਉਹ ਮੈਂ ਤੁਹਾਡੇ ਪਹਿਲਾਂ ਧਿਆਨ ਦੇ ਵਿੱਚ ਲਿਆ ਦਿੰਦਾ, ਠੀਕ ਹੈ। ਤਾਂ ਜਿਹੜਾ ਧਨ ਬਿੱਲ ਹੈ ਆਪਣਾ, ਮਨੀ ਬਿੱਲ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਉਹ ਪਹਿਲਾਂ ਕਿਹੜੇ ਸਦਨ ਦੇ ਵਿੱਚ ਪੇਸ਼ ਹੁੰਦਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਕੁਐਸਚਨ ਬਹੁਤ ਵਾਰ ਆਇਆ ਹੋਇਆ ਪੇਪਰਾਂ ਦੇ ਵਿੱਚ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਲੋਕ ਸਭਾ ਦੇ ਵਿੱਚ, ਠੀਕ ਹੈ ਜੀ। ਤਾਂ ਜਿਹੜਾ ਮਨੀ ਬਿੱਲ ਹੁੰਦਾ ਉਹ ਹਮੇਸ਼ਾ ਲੋਕ ਸਭਾ ਨਾਲ ਹੀ ਸੰਬੰਧਿਤ ਹੁੰਦਾ, ਠੀਕ ਹੈ ਜੀ। ਤਾਂ ਲੋਕ ਸਭਾ ਦੇ ਵਿੱਚ ਹੀ ਪੇਸ਼ ਹੁੰਦਾ ਉਹ ਸਭ ਤੋਂ ਪਹਿਲਾਂ, ਠੀਕ ਹੈ, ਮਨੀ ਬਿੱਲ। ਤਾਂ ਮਨੀ ਬਿੱਲ ਨੂੰ ਇਹ ਡਿਕਲੇਅਰ ਕੌਣ ਕਰਦਾ ਹੈ ਕਿ ਇਹ ਮਨੀ ਬਿੱਲ ਹੈ ਜਾਂ ਕੋਈ ਆਰਡੀਨਰੀ ਬਿੱਲ ਹੈ, ਤਾਂ ਉਹ ਡਿਕਲੇਅਰ ਕਰਦਾ ਹੈ ਲੋਕ ਸਭਾ ਦਾ ਸਪੀਕਰ। ਇਹ ਤੁਹਾਨੂੰ ਇਹ ਆਪਾਂ ਅੱਗੇ ਵੀ ਕਵਰ ਕਰਾਂਗੇ MCQs ਦੇ ਵਿੱਚ। ਤਾਂ ਮਨੀ ਬਿੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਕਿਹੜੇ ਸਦਨ ਦੇ ਵਿੱਚ ਪੇਸ਼ ਹੁੰਦਾ, ਲੋਕ ਸਭਾ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਯਾਦ ਰੱਖਣਾ। ਨਾਲ ਤੁਸੀਂ ਆਪਣੇ ਨੋਟਸ ਵੀ ਤਿਆਰ ਕਰਦੇ ਜਾਓ, ਠੀਕ ਹੈ ਜੀ। ਦੂਸਰਾ ਜਿਹੜਾ ਆਪਣਾ ਕੁਐਸਚਨ ਹੈ, ਇਹ ਕੌਣ ਘੋਸ਼ਿਤ ਕਰਦਾ ਹੈ ਕਿ ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ। ਹੂ ਵਿਲ ਡਿਸਾਈਡ ਦੈਟ ਅ ਪਰਟੀਕੂਲਰ ਬਿੱਲ ਇਜ਼ ਅ ਮਨੀ ਬਿੱਲ ਔਰ ਨੋਟ। ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ ਜਾਂ ਸਪੀਕਰ। ਤਾਂ ਲੋਕ ਸਭਾ ਨੂੰ ਪ੍ਰੀਜ਼ਾਈਡ ਕੌਣ ਕਰਦਾ, ਆਪਾਂ ਸਲਾਈਡ ਦੇ ਵਿੱਚ ਪੜ੍ਹ ਕੇ ਗਏ ਹਾਂ, ਸਪੀਕਰ ਕਰਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4, ਸਪੀਕਰ ਹੀ ਇਹ ਡਿਕਲੇਅਰ ਕਰਦਾ ਕਿ ਇਹ ਬਿੱਲ ਮਨੀ ਬਿੱਲ ਹੈ ਜਾਂ ਕੋਈ ਆਰਡੀਨਰੀ ਬਿੱਲ ਹੈ, ਠੀਕ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4, ਸਪੀਕਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਸਪੀਕਰ ਪ੍ਰੋਟਮ ਨੂੰ ਕੌਣ ਨਿਯੁਕਤ ਕਰਦਾ, ਹੂ ਇਜ਼ ਅਪੁਆਇੰਟ ਸਪੀਕਰ ਪ੍ਰੋਟਮ, ਠੀਕ ਹੈ ਜੀ। ਇਹ ਇੱਕ ਟਰਮ ਹੁੰਦੀ ਹੈ, ਇਹ ਤੁਸੀਂ ਵੈਸੇ ਤਾਂ ਤੁਸੀਂ ਜਿਹਨੇ ਡਿਟੇਲ ਵਾਈਜ਼ ਪੜ੍ਹੀ ਹੈ ਲੋਕ ਸਭਾ ਨੂੰ, ਉਹਨੂੰ ਤਾਂ ਪਤਾ ਹੋਊ ਇਹਦੇ ਬਾਰੇ ਸਪੀਕਰ ਪ੍ਰੋਟਮ ਕੀ ਹੁੰਦਾ। ਤਾਂ ਕਈ ਜਿਨ੍ਹਾਂ ਨੇ ਇਹਦੇ ਬਾਰੇ ਨਹੀਂ ਪੜ੍ਹਿਆ ਤਾਂ ਉਹਨਾਂ ਨੂੰ ਇਹ ਬਹੁਤ ਨਵੀਂ ਚੀਜ਼ ਲੱਗੂ ਕਿ ਇਹ ਕੀ ਚੀਜ਼ ਹੈ ਨਾ। ਤਾਂ ਸਪੀਕਰ ਪ੍ਰੋਟਮ ਇਹ ਮਤਲਬ ਪਹਿਲੀ ਵਾਰ ਤੁਸੀਂ ਸੁਣਿਆ ਹੋਊਗਾ। ਤਾਂ ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ ਜਾਂ ਸਪੀਕਰ, ਤਾਂ ਇਹਨੂੰ ਨਿਯੁਕਤ ਕੌਣ ਕਰਦਾ। ਸਪੀਕਰ ਪ੍ਰੋਟਮ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੰਦਾ ਕਿ ਇਹ ਕੀ ਚੀਜ਼ ਹੁੰਦੀ ਹੈ। ਸਪੀਕਰ ਪ੍ਰੋਟਮ ਉਹ ਹੁੰਦਾ ਜਿਹੜਾ ਕਿ ਟੈਂਪਰੇਰੀ ਸਪੀਕਰ ਹੁੰਦਾ। ਜਿੰਨਾ ਟਾਈਮ ਆਪਣੀ ਨਵੀਂ ਲੋਕ ਸਭਾ ਜਦੋਂ ਬਣਦੀ ਹੈ ਤਾਂ ਉਨਾ ਟਾਈਮ ਜਿੰਨਾ ਉਹ ਵਕਫਾ ਹੁੰਦਾ ਉਹਦੇ ਵਿਚਕਾਰ ਜਿਹੜਾ ਸਪੀਕਰ ਬਣਾਇਆ ਜਾਂਦਾ ਉਹ ਟੈਂਪਰੇਰੀ ਬੇਸ 'ਤੇ ਬਣਾਇਆ ਜਾਂਦਾ, ਠੀਕ ਹੈ। ਜਿੰਨਾ ਟਾਈਮ ਆਪਣਾ ਨਿਊ ਸਪੀਕਰ ਅਪੁਆਇੰਟ ਨਹੀਂ ਹੁੰਦਾ ਤਾਂ ਉਹ ਜਿਹੜਾ ਟੈਂਪਰੇਰੀ ਬੇਸ 'ਤੇ ਸਪੀਕਰ ਬਣਾਇਆ ਜਾਂਦਾ ਉਹਨੂੰ ਸਪੀਕਰ ਪ੍ਰੋਟਮ ਕਿਹਾ ਜਾਂਦਾ। ਇਹ ਤੁਸੀਂ ਯਾਦ ਰੱਖਣਾ ਬਸ। ਇਹ ਮਤਲਬ ਇੰਨਾ ਕੀ ਕਨਸੈਪਟ ਹੈ। ਤਾਂ ਇਹਨੂੰ ਨਿਯੁਕਤ ਕੌਣ ਕਰਦਾ, ਆਨਸਰ ਨੰਬਰ 3, ਇਹਨੂੰ ਪ੍ਰੈਜ਼ੀਡੈਂਟ ਦੁਆਰਾ ਨਿਯੁਕਤ ਕੀਤਾ ਜਾਂਦਾ, ਠੀਕ ਹੈ। ਤਾਂ ਇਹ ਮੈਂ ਕੁਐਸਚਨ ਤਾਂ ਰੱਖਿਆ ਕਿਉਂਕਿ ਜਿਹੜਾ ਸਪੀਕਰ ਹੁੰਦਾ, ਸਪੀਕਰ ਨੂੰ ਤਾਂ ਜਿਹੜੇ ਲੋਕ ਸਭਾ ਦੇ ਮੈਂਬਰ ਹੁੰਦੇ ਨੇ ਉਹ ਆਪਣੇ ਵਿੱਚੋਂ ਹੀ ਅਪੁਆਇੰਟ ਕਰਦੇ ਨੇ, ਉਹਨੂੰ ਪ੍ਰੈਜ਼ੀਡੈਂਟ ਅਪੁਆਇੰਟ ਨਹੀਂ ਕਰਦਾ। ਬਟ ਜਿਹੜਾ ਸਪੀਕਰ ਪ੍ਰੋਟਮ ਹੈ ਉਹਨੂੰ ਪ੍ਰੈਜ਼ੀਡੈਂਟ ਅਪੁਆਇੰਟ ਕਰਦਾ ਹੈ, ਠੀਕ ਹੈ ਜੀ। ਇਹ ਟੈਂਪਰੇਰੀ ਸਪੀਕਰ ਹੁੰਦਾ, ਇਹ ਤੁਸੀਂ ਯਾਦ ਰੱਖਣਾ। ਇਹ ਮੈਂ ਨੀਚੇ ਮੈਂਸ਼ਨ ਵੀ ਕੀਤਾ ਹੋਇਆ। ਤਾਂ ਫੋਰ ਟੈਂਪਰੇਰੀ ਬੇਸ 'ਤੇ ਇਹਨੂੰ ਨਿਯੁਕਤ ਕੀਤਾ ਜਾਂਦਾ ਸਪੀਕਰ ਪ੍ਰੋਟਮ ਨੂੰ। ਇੱਕ ਇਹਦਾ ਸਪੀਕਰ ਹੁੰਦਾ, ਇੱਕ ਇਹਦਾ ਡਿਪਟੀ ਸਪੀਕਰ ਹੁੰਦਾ। ਡਿਪਟੀ ਸਪੀਕਰ ਕਿਹੜਾ ਹੁੰਦਾ, ਬਾਈ ਚਾਂਸ ਸਪੀਕਰ ਐਬਸੈਂਟ ਹੈ, ਠੀਕ ਹੈ, ਤਾਂ ਉਹਦੀ ਭੂਮਿਕਾ ਕੌਣ ਨਿਭਾਏਗਾ, ਡਿਪਟੀ ਸਪੀਕਰ, ਠੀਕ ਹੈ ਜੀ। ਤਾਂ ਜਿਹੜਾ ਸਪੀਕਰ ਪ੍ਰੋਟਮ ਹੈ ਇਹ ਟੈਂਪਰੇਰੀ ਬੇਸ 'ਤੇ ਹੁੰਦਾ। ਇਹ ਜਦੋਂ ਆਪਣੀ ਨਵੀਂ ਲੋਕ ਸਭਾ ਬਣਦੀ ਹੈ ਉਹ ਜਿੰਨੇ ਵਕਫੇ ਦੌਰਾਨ ਜਿਹੜਾ ਸਪੀਕਰ ਹੁੰਦਾ ਟੈਂਪਰੇਰੀ ਬੇਸ 'ਤੇ ਉਹ ਸਪੀਕਰ ਪ੍ਰੋਟਮ ਹੁੰਦਾ ਜਿਹੜਾ ਕਿ ਪ੍ਰੈਜ਼ੀਡੈਂਟ ਦੁਆਰਾ ਅਪੁਆਇੰਟ ਕੀਤਾ ਜਾਂਦਾ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਪੀਕਰ ਕਿਸ ਦੁਆਰਾ ਨਿਯੁਕਤ ਕੀਤਾ ਜਾਂਦਾ, ਸਪੀਕਰ ਇਜ਼ ਅਪੁਆਇੰਟਡ ਬਾਈ ਹੂਮ। ਇਹ ਕੁਐਸਚਨ ਮੈਂ ਤਾਂ ਰੱਖਿਆ ਤਾਂ ਕਿ ਤੁਹਾਡੀ ਕਨਫਿਊਜ਼ਨ ਦੂਰ ਹੋ ਜੇ। ਜਿਹੜਾ ਸਪੀਕਰ ਪ੍ਰੋਟਮ ਉਹ ਤਾਂ ਪ੍ਰੈਜ਼ੀਡੈਂਟ ਦੁਆਰਾ ਹੁੰਦਾ, ਬਟ ਜਿਹੜਾ ਸਪੀਕਰ ਹੈ ਇਹ ਤੁਹਾਨੂੰ 4 ਆਪਸ਼ਨ ਨੇ, ਪਾਰਲੀਮੈਂਟ, ਲੋਕ ਸਭਾ ਮੈਂਬਰਾਂ ਦੁਆਰਾ, ਰਾਸ਼ਟਰਪਤੀ ਜਾਂ ਰਾਜ ਸਭਾ ਦੁਆਰਾ। ਅਤੇ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਲੋਕ ਸਭਾ ਦੇ ਮੈਂਬਰਾਂ ਦੁਆਰਾ ਆਪਣੇ ਵਿੱਚੋਂ ਹੀ ਨਿਯੁਕਤ ਕੀਤਾ ਜਾਂਦਾ ਵੋਟਿੰਗ ਦੇ ਆਧਾਰ 'ਤੇ, ਠੀਕ ਹੈ ਜੀ। ਤਾਂ ਜਿਹੜਾ ਡਿਪਟੀ ਸਪੀਕਰ ਹੁੰਦਾ ਉਹ ਵੀ ਲੋਕ ਸਭਾ ਦੇ ਮੈਂਬਰਾਂ ਦੁਆਰਾ ਹੀ ਨਿਯੁਕਤ ਕੀਤਾ ਜਾਂਦਾ। ਇਹ ਮੈਂ ਨੀਚੇ ਮੈਂਸ਼ਨ ਕੀਤਾ ਹੋਇਆ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕੁਐਸਚਨ ਇਹ ਬਹੁਤ ਇੰਪੋਰਟੈਂਟ ਕੁਐਸਚਨ ਨੇ, ਬਹੁਤ ਰੇਅਰ ਕੁਐਸਚਨ ਨੇ, ਠੀਕ ਹੈ। ਹਾਈ ਲੈਵਲ ਦੇ ਕੁਐਸਚਨ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ। ਤਾਂ ਆਪਣੇ ਨਾਲ ਤੁਸੀਂ ਨੋਟਸ ਵੀ ਬਣਾਉਂਦੇ ਜਾਓ, ਠੀਕ ਹੈ ਜੀ, ਅਤੇ ਰਿਵੀਜ਼ਨ ਕਰਦੇ ਜਾਓ। ਵੀਡੀਓ ਨੂੰ 2-3 ਵਾਰ ਦੇਖਿਆ ਕਰੋ ਤਾਂ ਕਿ ਜਿਹੜੇ ਸਾਰੇ ਕੁਐਸਚਨ ਆ ਤੁਹਾਡੇ ਵਧੀਆ ਤਰੀਕੇ ਨਾਲ ਯਾਦ ਹੋ ਜਾਣ। ਲੋਕ ਸਭਾ ਦਾ ਮੈਂਬਰ ਬਣਨ ਲਈ ਉਮਰ ਕਿੰਨੀ ਹੋਣੀ ਚਾਹੀਦੀ ਹੈ, ਵਟ ਵਿਲ ਬੀ ਦਾ ਏਜ ਰਿਕੁਆਇਰਮੈਂਟ ਟੂ ਬਿਕਮ ਅ ਮੈਂਬਰ ਆਫ ਲੋਕ ਸਭਾ, ਠੀਕ ਹੈ। 21 ਸਾਲ, 25 ਸਾਲ, 30 ਸਾਲ ਜਾਂ 35 ਸਾਲ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇੱਥੇ ਆਪਾਂ ਕਨਫਿਊਜ਼ ਹੋ ਜਾਂਦੇ ਕਈ ਵਾਰੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 2, 25 ਸਾਲ ਹੋਣੀ ਚਾਹੀਦੀ ਹੈ, ਠੀਕ ਹੈ। 21 ਸਾਲ ਮਤਲਬ ਹੋਣੀ ਚਾਹੀਦੀ ਹੈ ਤੁਹਾਨੂੰ, ਮਤਲਬ ਜੇ ਤੁਹਾਡੀ ਵੋਟਿੰਗ ਏਜ ਤੁਹਾਡੀ 18 ਸਾਲ ਹੈ, ਠੀਕ ਹੈ। 21 ਸਾਲ ਤੁਹਾਨੂੰ ਪੰਚਾਇਤ ਲਈ ਹੋਣੀ ਚਾਹੀਦੀ ਹੈ, 25 ਸਾਲ ਹੈ ਜਿਹੜੀ ਲੋਕ ਸਭਾ ਲਈ ਹੋਣੀ ਚਾਹੀਦੀ ਹੈ, 30 ਸਾਲ ਹੈ ਜਿਹੜੀ ਉਹ ਤੁਹਾਡੀ ਰਾਜ ਸਭਾ ਦੇ ਲਈ ਹੋਣੀ ਚਾਹੀਦੀ ਹੈ, ਅਤੇ 35 ਸਾਲ ਤੁਹਾਡੀ ਰਾਸ਼ਟਰਪਤੀ, ਵਾਈਸ ਪ੍ਰੈਜ਼ੀਡੈਂਟ ਅਤੇ ਗਵਰਨਰ ਲਈ ਹੋਣੀ ਚਾਹੀਦੀ ਹੈ। ਤਾਂ ਆਪਾਂ ਇੱਕ ਕੁਐਸਚਨ ਨਹੀਂ ਕਵਰ ਕਰਦੇ, ਇੱਕ ਕੁਐਸਚਨ ਦੇ ਨਾਲ 3-3, 4-4 ਕੁਐਸਚਨ ਵੀ ਕਵਰ ਕਰਦੇ ਹਾਂ। ਤਾਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਅਤੇ ਇਕੱਲਾ ਪੁਆਇੰਟ ਨੋਟ ਵੀ ਕਰਿਆ ਕਰੋ ਨਾਲ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ ਜੁਆਇੰਟ ਸਿਟਿੰਗ ਨੂੰ ਕੌਣ ਸੰਬੋਧਿਤ ਕਰਦਾ ਹੈ, ਹੂ ਪ੍ਰੀਜ਼ਾਈਡਸ ਓਵਰ ਜੁਆਇੰਟ ਸਿਟਿੰਗ
ਉਪ ਰਾਸ਼ਟਰਪਤੀ, ਸੁਪਰੀਮ ਕੋਰਟ ਦਾ ਜੱਜ, ਰਾਸ਼ਟਰਪਤੀ ਜਾਂ ਸਪੀਕਰ। ਇਹੋ ਜਿਹੇ ਤੁਹਾਨੂੰ ਆਪਸ਼ਨ ਆਉਣਗੇ ਤਾਂ ਕਿ ਤੁਸੀਂ ਬਿਲਕੁਲ ਕਨਫਿਊਜ਼ ਹੋ ਜਾਓ ਅਤੇ ਤੁਸੀਂ ਕੁਐਸਚਨ ਗਲਤ ਕਰ ਦਿਓ। ਠੀਕ ਹੈ ਜੀ। ਤਾਂ ਕੁਐਸਚਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਅਤੇ ਆਨਸਰ ਨੂੰ ਚੰਗੀ ਤਰ੍ਹਾਂ ਟਿਕ ਕਰਨਾ ਧਿਆਨ ਦੇ ਨਾਲ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਸਪੀਕਰ। ਠੀਕ ਹੈ ਜੀ। ਜੁਆਇੰਟ ਸਿਟਿੰਗ ਨੂੰ ਇਹਨਾਂ ਨੇ ਪੁੱਛਿਆ ਕੀ ਹੈ, ਸੰਬੋਧਿਤ ਕੌਣ ਕਰਦਾ ਹੈ, ਪ੍ਰੀਜ਼ਾਈਡਿੰਗ ਆਫਿਸਰ ਕੌਣ ਹੁੰਦਾ ਇਹਦਾ, ਤਾਂ ਉਹ ਸਪੀਕਰ ਹੀ ਹੁੰਦਾ ਹੈ। ਠੀਕ ਹੈ ਜੀ। ਜੁਆਇੰਟ ਸਿਟਿੰਗ ਕੀ ਹੁੰਦੀ ਹੈ, ਜਦੋਂ ਦੋਨੋਂ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਨੂੰ ਇਕੱਠੇ ਬੁਲਾਇਆ ਜਾਂਦਾ ਹੈ। ਜਦੋਂ ਉਹ ਕਿਸੇ ਬਿੱਲ ਦੇ ਉੱਤੇ ਫੈਸਲਾ ਨਹੀਂ ਕਰ ਪਾਉਂਦੇ ਤਾਂ ਇਹਨੂੰ ਬੁਲਾਉਂਦਾ ਕੌਣ ਹੈ। ਜੇ ਤੁਹਾਨੂੰ ਇਹ ਆਵੇ ਕਿ ਇਹਨੂੰ ਰਿਕਾਲ ਕੌਣ ਕਰਦਾ ਹੈ, ਤਾਂ ਉਹ ਕਰਦਾ ਪ੍ਰੈਜ਼ੀਡੈਂਟ। ਕਾਲ ਕੌਣ ਕਰਦਾ, ਪ੍ਰੈਜ਼ੀਡੈਂਟ, ਬਟ ਪ੍ਰੀਜ਼ਾਈਡ ਕੌਣ ਕਰਦਾ, ਸਪੀਕਰ। ਇਹ ਤੁਸੀਂ ਯਾਦ ਰੱਖਣਾ, ਇੰਨੀ ਇੱਥੇ ਕਨਫਿਊਜ਼ਨ ਆਪਾਂ ਨੂੰ ਹੋ ਜਾਂਦੀ ਹੈ। ਠੀਕ ਹੈ। ਤਾਂ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਲੋਕ ਸਭਾ ਦਾ ਕਾਰਜਕਾਲ ਵਧਾਇਆ ਜਾ ਸਕਦਾ ਹੈ ਜਾਂ ਨਹੀਂ। ਟੈਨਿਓਰ ਆਫ ਲੋਕ ਸਭਾ ਕੈਨ ਬੀ ਐਕਸਟੈਂਡਡ ਔਰ ਨਾਟ, ਨੋ, ਡਿਊਰਿੰਗ ਐਮਰਜੈਂਸੀ, ਡਿਊਰਿੰਗ ਇਲੈਕਸ਼ਨ ਜਾਂ ਆਲ ਆਫ ਦੀ ਅਬਵ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਡਿਊਰਿੰਗ ਐਮਰਜੈਂਸੀ। ਕਈ ਵਾਰੀ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਲੋਕ ਸਭਾ ਦਾ ਕਾਰਜਕਾਲ ਵਧਾਇਆ ਵੀ ਜਾ ਸਕਦਾ। ਠੀਕ ਹੈ। ਇਹਨੂੰ ਟਾਈਮ ਤੋਂ ਪਹਿਲਾਂ ਵੀ ਡਿਜ਼ੋਲਵ ਕੀਤਾ ਜਾ ਸਕਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੇ ਸਦਨ ਨੂੰ ਲੋਕਾਂ ਦਾ ਸਦਨ ਜਾਂ ਹੇਠਲਾ ਸਦਨ ਵੀ ਕਿਹਾ ਜਾਂਦਾ। ਵਿਚ ਆਫ ਦੀ ਫੋਲੋਇੰਗ ਹਾਊਸ ਇਜ਼ ਕਾਲਡ ਹਾਊਸ ਆਫ ਪੀਪਲਸ ਜਾਂ ਲੋਅਰ ਹਾਊਸ। ਠੀਕ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਲੋਕ ਸਭਾ ਨੂੰ ਕਿਹਾ ਜਾਂਦਾ। ਹਾਊਸ ਆਫ ਪੀਪਲਸ ਵੀ ਕਿਹਾ ਜਾਂਦਾ ਜਾਂ ਲੋਅਰ ਹਾਊਸ ਵੀ ਕਿਹਾ ਜਾਂਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਜਦੋਂ ਧਨ ਬਿੱਲ ਲੋਕ ਸਭਾ ਵਿੱਚੋਂ ਪਾਸ ਹੋ ਜਾਂਦਾ ਹੈ ਤਾਂ ਰਾਜ ਸਭਾ ਨੂੰ ਕਿੰਨੇ ਦਿਨਾਂ ਲਈ ਰੋਕ ਸਕਦੀ ਹੈ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ। ਠੀਕ ਹੈ ਜੀ। ਇਹਨੂੰ ਧਿਆਨ ਨਾਲ ਕਰਨਾ ਹੈ। ਵੈਨ ਲੋਕ ਸਭਾ ਪਾਸ ਦੀ ਮਨੀ ਬਿੱਲ ਦੀ ਰਾਜ ਸਭਾ ਕੈਨ ਸਟਾਪ ਦਿਸ ਬਿੱਲ ਫॉर ਹਾਊ ਮੈਨੀ ਡੇਜ਼। ਠੀਕ ਹੈ। ਮਤਲਬ ਜਿਹੜਾ ਮਨੀ ਬਿੱਲ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ ਕਿ ਸਭ ਤੋਂ ਪਹਿਲਾਂ ਕਿੱਥੇ ਪੇਸ਼ ਕੀਤਾ ਜਾਂਦਾ ਹੈ, ਲੋਕ ਸਭਾ ਦੇ ਵਿੱਚ। ਲੋਕ ਸਭਾ ਮੰਨ ਲਓ ਉਹਨੂੰ ਪਾਸ ਕਰ ਦਿੰਦੀ ਹੈ ਤਾਂ ਬਿੱਲ ਅੱਗੇ ਜਾਂਦਾ ਰਾਜ ਸਭਾ ਦੇ ਵਿੱਚ। ਤਾਂ ਰਾਜ ਸਭਾ ਨੂੰ ਕਿੰਨੇ ਦਿਨਾਂ ਲਈ ਰੋਕ ਸਕਦੀ ਹੈ, 1 ਮਹੀਨਾ, 14 ਦਿਨ, 2 ਮਹੀਨੇ ਜਾਂ 1 ਸਾਲ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ, ਆਨਸਰ ਨੰਬਰ 2 ਇਹ ਆਪਾਂ ਪੜ੍ਹਿਆ ਹੋਇਆ ਕਿ 14 ਦਿਨਾਂ ਵਾਸਤੇ ਜਿਹੜੀ ਰਾਜ ਸਭਾ ਉਹਨੂੰ ਰੋਕ ਸਕਦੀ ਹੈ, ਕਿਉਂਕਿ ਰਾਜ ਸਭਾ ਮਨੀ ਬਿੱਲ ਦੇ ਵਿੱਚ ਕੋਈ ਹੇਰ-ਫੇਰ ਨਹੀਂ ਕਰ ਸਕਦੀ। ਠੀਕ ਹੈ। ਇਹ ਜਿਹੜਾ ਬਿੱਲ ਹੁੰਦਾ ਇਹ ਲੋਕ ਸਭਾ ਨਾਲ ਹੀ ਰਿਲੇਟਡ ਹੁੰਦਾ। ਜਦੋਂ ਲੋਕ ਸਭਾ ਨੇ ਇਹਨੂੰ ਪਾਸ ਕਰਤਾ ਤਾਂ ਰਾਜ ਸਭਾ ਨੂੰ ਪਾਸ ਕਰਨਾ ਹੀ ਪਵੇਗਾ। ਜੇਕਰ ਉਹ ਨਹੀਂ ਕਰਦੀ ਤਾਂ 14 ਦਿਨਾਂ ਬਾਅਦ ਜਿਹੜਾ ਬਿੱਲ ਹੈ ਉਹ ਆਟੋਮੈਟਿਕਲੀ ਪਾਸ ਹੋ ਜਾਵੇਗਾ। ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਕੁਐਸਚਨ ਹੈ, ਸਪੀਕਰ ਆਪਣਾ ਅਸਤੀਫਾ ਕਿਹਨੂੰ ਦਿੰਦਾ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ। ਸਪੀਕਰ ਗਿਵ ਹਿਜ਼ ਰੈਜ਼ੀਗਨੇਸ਼ਨ ਟੂ ਹੂਮ, ਗਵਰਨਰ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਡਿਪਟੀ ਸਪੀਕਰ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਡਿਪਟੀ ਸਪੀਕਰ ਨੂੰ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਬਹੁਤ ਵਾਰ ਆਇਆ ਹੋਇਆ ਕੁਐਸਚਨ ਹੈ ਅਤੇ ਅੱਗੇ ਵੀ ਤੁਹਾਨੂੰ ਆਉਣ ਦੀ ਪੂਰੀ ਸੰਭਾਵਨਾ ਹੈ। ਇੱਕ ਵੀ ਕੁਐਸਚਨ ਆਪਣਾ ਤੁਹਾਨੂੰ ਇਹੋ ਜਿਹਾ ਨਹੀਂ ਲੱਗੂਗਾ ਕਿ ਆਪਾਂ ਜਿਹੜਾ ਫਾਲਤੂ ਰੱਖਿਆ ਹੋਵੇ। ਠੀਕ ਹੈ। ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਰਿਲੇਟਡ ਸਾਰੇ ਕੁਐਸਚਨ ਨੇ। ਠੀਕ ਹੈ। ਤਾਂ ਕੱਲਾ ਕੁਐਸਚਨ ਤੁਸੀਂ ਪੂਰੇ ਧਿਆਨ ਨਾਲ ਕਰਿਆ ਕਰੋ। ਤਾਂ ਜਿਹੜਾ ਡਿਪਟੀ ਸਪੀਕਰ ਹੈ ਉਹ ਅਸਤੀਫਾ ਕਿਹਨੂੰ ਦਿੰਦਾ, ਉਹ ਸਪੀਕਰ ਨੂੰ ਦਿੰਦਾ। ਸਪੀਕਰ ਡਿਪਟੀ ਸਪੀਕਰ ਨੂੰ ਦਿੰਦਾ। ਇਹ ਤੁਸੀਂ ਯਾਦ ਰੱਖਣਾ। ਠੀਕ ਹੈ। ਇੱਕ ਦੂਸਰੇ ਨੂੰ ਵੀ ਅਸਤੀਫਾ ਦਿੰਦੇ ਆ ਇਹ। ਠੀਕ ਹੈ ਜੀ। ਤਾਂ ਅੱਜ ਦੇ ਆਪਣੇ 10 ਕੁਐਸਚਨ ਆ ਜਿਹੜੇ ਉਹ ਪੂਰੇ ਹੋ ਗਏ। ਵੀਡੀਓ ਨੂੰ 2-3 ਵਾਰ ਦੇਖ ਲਓ ਤਾਂ ਕਿ ਤੁਹਾਡੀ ਰਿਵੀਜ਼ਨ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਹੋ ਸਕੇ। ਠੀਕ ਹੈ ਜੀ। ਤਾਂ ਜੇਕਰ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਤਾਂ ਵਧੀਆ ਕੰਟੈਂਟ ਤੁਹਾਡੇ ਲਈ ਆਉਣ ਦੀ ਵੇ ਹੈ। ਚੈਨਲ ਨਾਲ ਜੁੜੇ ਰਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰਦੇ ਰਹੋ। ਵੀਡੀਓ ਨੂੰ ਦੇਖਣ ਦੇ ਲਈ ਬਹੁਤ ਧੰਨਵਾਦ।